ਹੁਣ ਅਸੀਂ ਅੱਗੇ ਵਧਦੇ ਹਾਂ ਤੇ ਮਾਝੇ ਤੋਂ ਬਾਅਦ ਰੁਕ ਕਰਾਂਗੇ ਹੁਣ ਦੁਆਬੇ ਦਾ। ਦੁਆਬੇ ਦੇ ਵਿੱਚ ਬਹੁਤ ਹਾਈ ਪ੍ਰੋਫਾਈਲ ਸੀਟ ਬਣ ਚੁੱਕੀ ਹੈ ਸੁਲਤਾਨਪੁਰ ਲੋਧੀ ਦੀ। ਉੱਥੇ ਦਾ ਜ਼ਿਕਰ ਕਰਾਂਗੇ ਕਿਉਂਕਿ ਇੱਥੇ ਕਾਂਗਰਸੀ ਆਪਸ ਦੇ ਵਿੱਚ ਭਿੜਦੇ ਹੋਏ ਨਜ਼ਰ ਆ ਰਹੇ ਨੇ। ਤਾਂ ਬਿਲਕੁਲ ਨਜ਼ਰ ਪਾਉਣੇ ਆ ਸੁਲਤਾਨਪੁਰ ਲੋਧੀ ਸੀਟ ਤੇ ਨਵਤੇਜ ਸਿੰਘ ਚੀਮਾ ਇਸ ਵੇਲੇ ਮੌਜੂਦਾ ਵਿਧਾਇਕ ਨੇ 41,843 ਵੋਟਾਂ ਲੈ ਕੇ ਗਏ ਸੀ। 38% ਦੇ ਕਰੀਬ ਉਹਨਾਂ ਨੂੰ ਵੋਟ ਪਈ। ਅਕਾਲੀ ਦਲ ਦੇ ਬੀਬੀ ਉਪਿੰਦਰਜੀਤ ਕੌਰ ਸਾਬਕਾ ਮੰਤਰੀ ਰਹਿ ਚੁੱਕੇ ਨੇ, ਐਜੂਕੇਸ਼ਨ ਮਿਨਿਸਟਰ ਰਹਿ ਚੁੱਕੇ ਨੇ ਪੰਜਾਬ ਦੇ, ਉਹਨਾਂ ਨੂੰ ਵੋਟਾਂ ਪਈਆਂ 33,000 ਕਰੀਬ 31%। ਔਰ ਸੱਜਣ ਸਿੰਘ ਚੀਮਾ ਇਸ ਵਾਰ ਫਿਰ ਚੋਣ ਮੈਦਾਨ ਦੇ ਵਿੱਚ ਨੇ। ਆਮ ਆਦਮੀ ਪਾਰਟੀ ਵੱਲੋਂ 25% ਵੋਟ ਲੈ ਕੇ ਗਏ 28,017, ਯਾਨੀ ਬਹੁਤ ਨੇੜੇ ਉਹਨਾਂ ਦੇ ਅੱਪੜ ਗਏ ਸੀ ਸੱਜਣ ਸਿੰਘ ਚੀਮਾ ਪਿਛਲੀ ਵਾਰ। ਸੋ ਇਸ ਵਾਰ ਵੀ ਸੇਮ ਉਮੀਦਵਾਰ ਨੇ, ਪਰ ਇਸ ਵਾਰ ਸਭ ਤੋਂ ਵੱਡਾ ਚੈਲੰਜ ਜਿਹੜਾ ਹੈ ਨਵਤੇਜ ਸਿੰਘ ਚੀਮਾ ਦੇ ਲਈ ਕਿ ਉਹਨਾਂ ਦੇ ਕੁਲੀਗ, ਉਹਨਾਂ ਦੀ ਪਾਰਟੀ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਮੋਰਚਾ ਖੋਲ੍ਹਿਆ ਹੋਇਆ ਹੈ ਨਵਤੇਜ ਚੀਮਾ ਦੇ ਖਿਲਾਫ ਤੇ ਆਪਣੇ ਬੇਟੇ ਇੰਦਰ ਪ੍ਰਤਾਪ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਨਵਤੇਜ ਚੀਮਾ ਦੇ ਖਿਲਾਫ। ਔਰ ਸਿੱਧਾ ਨਿਊਜ਼ 18 ਤੇ ਵੀ ਉਹਨਾਂ ਨੇ ਚੈਲੰਜ ਦਿੱਤਾ ਸੀ ਨਵਤੇਜ ਚੀਮਾ ਨੂੰ ਲਾਈਵ ਸ਼ੋਅ ਦੇ ਵਿੱਚ ਕਿ ਮੈਂ ਇਸ ਨੂੰ ਹਰਾਵਾਂਗਾ ਔਰ ਮੇਰਾ ਬੇਟਾ ਆਜ਼ਾਦ ਤੌਰ ਤੇ ਜਿੱਤ ਦਰਜ ਕਰੇਗਾ। ਸੋ ਬੜੇ ਇੰਟਰਸਟਿੰਗ ਸਮੀਕਰਨ ਨੇ ਸੁਲਤਾਨਪੁਰ ਲੋਧੀ ਦੇ। ਬਿਲਕੁਲ, ਤਾਂ ਇਹ 28,000 ਵੋਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਮਿਲੀਆਂ ਸੀ, ਇਸ ਵਾਰ ਕਿੰਨੀਆਂ ਮਿਲਦੀਆਂ ਨੇ ਨਹੀਂ ਮਿਲਦੀਆਂ ਇੱਕ ਵੱਡਾ ਸਵਾਲ ਹੈ। ਪਰ ਖਾਸ ਇਹ ਵੀ ਹੈ ਕਿ ਮਾਝੇ ਦੇ ਵਿੱਚ ਤਾਂ ਖਾਤਾ ਹੀ ਨਹੀਂ ਖੁੱਲਿਆ ਆਮ ਆਦਮੀ ਪਾਰਟੀ ਦਾ 2017 ਦੇ ਵਿੱਚ। ਦੂਜਾ ਦੁਆਬੇ ਦੇ ਵਿੱਚ ਜਿਹਦਾ ਅਸੀਂ ਜ਼ਿਕਰ ਕਰ ਰਹੇ ਹਾਂ, ਦੁਆਬੇ ਦੇ ਵਿੱਚ ਸਿਰਫ 2 ਸੀਟਾਂ ਮਿਲੀਆਂ ਸੀ 23 ਸੀਟਾਂ ਦੇ ਵਿੱਚੋਂ। ਬੜੇ ਇੰਟਰਸਟਿੰਗ ਉਹਨੇ ਫੈਕਟਸ ਔਰ ਉਹ ਸੀ ਇੱਕ ਗੜਸ਼ੰਕਰ ਤੇ ਦੂਜੀ ਭੁਲੱਥ ਦੀ ਸੀਟ। ਔਰ ਇਸ ਵਾਰ ਉੱਥੇ ਕੀ ਕਮਾਲ ਕਰਦੀ ਆਮ ਆਦਮੀ ਪਾਰਟੀ, ਇੱਕ ਵੱਡੀ ਗੱਲ ਹੋਏਗੀ। ਪਰ ਜੋ ਜ਼ਿਕਰ ਅਸੀਂ ਕਰ ਰਹੇ ਹਾਂ ਕਿ ਹੁਣ ਵਰਸਸ ਵਾਲੀ ਗੱਲ ਵੀ ਹੋਣੀ ਚਾਹੀਦੀ ਹੈ। 2017 ਔਰ 2019 ਦੀਆਂ ਲੋਕ ਸਭਾ ਸੀਟਾਂ ਦੇ ਵਿੱਚ ਕੀ ਕੁਝ ਬਦਲਿਆ ਹੈ। ਖਡੂਰ ਸਾਹਿਬ ਸੀਟ ਦੇ ਵਿੱਚ ਆਉਂਦਾ ਹੈ ਸੁਲਤਾਨਪੁਰ ਲੋਧੀ ਦਾ ਵਿਧਾਨ ਸਭਾ ਹਲਕਾ। 2017 ਚ ਕਾਂਗਰਸ ਨੇ ਇੱਥੇ 38% ਵੋਟ ਹਾਸਲ ਕੀਤੀ ਸੀ ਔਰ ਖਡੂਰ ਸਾਹਿਬ ਦੇ ਵਿੱਚ ਜਸਬੀਰ ਡਿੰਪਾ ਜਿੱਤਦੇ ਨੇ। ਕਾਂਗਰਸ ਦੀ ਜਿੱਤ ਹੋਈ ਸੀ ਕਰੀਬ 48% ਵੋਟਾਂ ਉੱਥੇ ਹਾਸਲ ਕਰ ਲਈਆਂ ਸੀ, ਯਾਨੀ ਕਿ ਕਾਂਗਰਸ ਦਾ ਕਰੀਬ 10% ਵੋਟ ਬੈਂਕ ਵੱਧਦਾ ਏ 2017 ਤੋਂ 2019 ਤੱਕ ਪਹੁੰਚਦੇ। ਲੋਕ ਸਭਾ ਵਿਧਾਨ ਸਭਾ ਅਲੱਗ-ਅਲੱਗ ਹੁੰਦੀਆਂ ਨੇ, ਮੁੱਦੇ ਅਲੱਗ, ਚਿਹਰੇ ਅਲੱਗ, ਪਰ ਕਿਤੇ ਨਾ ਕਿਤੇ ਲੋਕਾਂ ਨੇ ਕਾਂਗਰਸ ਨੂੰ ਵੋਟ ਤਾਂ ਜ਼ਰੂਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜੇ ਆંકੜੇ ਦੇਖੀਏ 31% ਵੋਟ ਪਈ ਸ਼੍ਰੋਮਣੀ ਅਕਾਲੀ ਦਲ ਨੂੰ। ਔਰ ਉਸ ਤੋਂ ਬਾਅਦ ਉਸ ਦੇ ਵਿੱਚ ਮੈਂ ਚਾਹੂੰਗਾ ਦੁਬਾਰਾ ਇੱਕ ਵਾਰ ਉਹ ਗ੍ਰਾਫਿਕ ਸਕਰੀਨ ਤੇ ਆਵੇ। ਉਸ ਦੇ ਵਿੱਚ ਜਿਹੜੀਆਂ ਫਿਗਰਸ ਨੇ ਉਹ ਜ਼ਿਕਰ ਕਰਨੀਆਂ ਬਹੁਤ ਬਣਦੀਆਂ ਨੇ ਗੌਰਵ, ਕੈਂਡੀਡੇਟਸ ਤੋਂ ਇਲਾਵਾ। ਆਪਾਂ ਕੈਂਡੀਡੇਟਸ ਤੇ ਆਵਾਂਗੇ। ਅਕਾਲੀ ਦਲ ਦੀ ਫਿਗਰ ਦੇਖੋ 31.22% ਆਈ। ਕੁਝ ਫਰਕ ਪਿਆ ਲੋਕ ਸਭਾ ਦੇ ਵਿੱਚ 28.3% ਰਹਿ ਗਈ, 3% ਨੀਚੇ ਗਿਰੀ। ਪਰ ਆਮ ਆਦਮੀ ਪਾਰਟੀ ਦਾ ਜੇ ਤੁਸੀਂ ਵੋਟ ਬੈਂਕ ਦੇਖੋ, ਵੋਟ ਸ਼ੇਅਰ 25.97, 26% ਵੋਟ ਬੈਂਕ ਤੋਂ 1.12% ਵੋਟ ਬੈਂਕ ਤੇ ਆਏ 2019 ਦੇ ਵਿੱਚ, 2 ਸਾਲਾਂ ਦੇ ਵਿੱਚ। ਸੋ ਫਿਰ ਉਹੀ ਚੈਲੰਜ ਮੈਂ ਦੁਬਾਰਾ ਕਹੂੰਗਾ ਕਿ 1.12 ਤੋਂ ਫਿਰ 35, 36, 38 ਤੇ ਜਾਣਾ ਪਏਗਾ ਜੇ ਇਹ ਸੀਟ ਜਿੱਤਣੀ ਹੈ। ਚਿਹਰੇ ਦੇਖਦੇ ਆ, ਬਿਲਕੁਲ ਚਿਹਰੇ ਦੇਖਦੇ ਆ ਕਿ ਕਿਹੜੇ ਚਿਹਰੇ ਇਸ ਵਾਰ ਮੈਦਾਨ ਦੇ ਵਿੱਚ ਨੇ। ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਤੋਂ ਨਵਤੇਜ ਚੀਮਾ ਦਾ ਅਸੀਂ ਲਗਾਤਾਰ ਜ਼ਿਕਰ ਕਰ ਹੀ ਰਹੇ ਹਾਂ। ਜਿਹੜੇ ਮੌਜੂਦਾ ਵਿਧਾਇਕ ਨੇ ਇੱਕ ਵਾਰ ਫਿਰ ਤੋਂ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਕਾਂਗਰਸ ਦੇ ਵੱਲੋਂ। ਕੈਪਟਨ ਹਰਮਿੰਦਰ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਟਿਕਟ ਦਿੱਤੀ ਗਈ ਹੈ। ਨਵਤੇਜ ਚੀਮਾ ਨੂੰ ਦੁਬਾਰਾ ਕਾਂਗਰਸ ਦੇ ਵੱਲੋਂ ਉਮੀਦਵਾਰ ਬਣਾਇਆ ਗਿਆ। ਆਮ ਆਦਮੀ ਪਾਰਟੀ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਸੱਜਣ ਸਿੰਘ ਚੀਮਾ ਨੂੰ ਉਮੀਦਵਾਰ ਬਣਾਇਆ ਗਿਆ ਹੈ ਤੇ ਰਾਣਾ ਇੰਦਰ ਪ੍ਰਤਾਪ। ਬਹੁਤ ਇੰਟਰਸਟਿੰਗ ਪੂਰੀ ਜਿਹੜੀ ਸੁਲਤਾਨਪੁਰ ਲੋਧੀ ਦੀ ਸੀਟ ਹੈ ਔਰ ਰਾਣਾ ਇੰਦਰ ਪ੍ਰਤਾਪ ਨੇ ਇੰਟਰਸਟਿੰਗ ਕੀਤੀ ਹੈ। ਔਰ ਇਸ ਦੇ ਵਿੱਚ ਇੱਕ ਇੰਟਰਸਟਿੰਗ ਫੈਕਟ ਹੋਰ ਹੈ ਸੱਜਣ ਸਿੰਘ ਚੀਮਾ ਤੇ ਗੌਰਵ ਕਿ ਸੱਜਣ ਸਿੰਘ ਚੀਮਾ ਉਸ ਤੋਂ ਇੱਕ ਪਾਰਟੀ ਛੱਡ ਗਏ, ਉਹ ਦੂਸਰੀ ਪਾਰਟੀ ਚਲੇ ਗਏ, ਫਿਰ ਉਸ ਤੋਂ ਬਾਅਦ ਹੁਣ ਵਾਪਸ ਆਮ ਆਦਮੀ ਪਾਰਟੀ ਫਿਰ ਆਏ ਆ ਤੇ ਫਿਰ ਰਾਣਾ ਇੰਦਰ ਪ੍ਰਤਾਪ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਇਹ ਆਜ਼ਾਦ ਦੇ ਤੌਰ ਦੇ ਉੱਤੇ ਪਰਚਾ ਭਰਨਗੇ ਜੋ ਰਾਣਾ ਗੁਰਜੀਤ ਦੇ, ਔਰ ਰਾਣਾ ਗੁਰਜੀਤ ਦੇ ਬੇਟੇ ਨੇ ਰਾਣਾ ਇੰਦਰ ਪ੍ਰਤਾਪ। ਔਰ ਇੱਥੋਂ ਤੱਕ ਵੀ ਰਾਣਾ ਗੁਰਜੀਤ ਨੇ ਇਹ ਚੈਲੰਜ ਦੇ ਕੇ ਗੱਲ ਕਹੀ ਹੈ ਨਵਤੇਜ ਸਿੰਘ ਚੀਮਾ ਨੂੰ ਕਿ ਜੇ ਮੇਰਾ ਬੇਟਾ ਇਸ ਸੀਟ ਤੋਂ ਹਾਰ ਗਿਆ ਤਾਂ ਮੈਂ ਸਿਆਸਤ ਛੱਡ ਦੇਵਾਂਗਾ। ਖੈਰ ਸਿਆਸਤ ਦਾ ਜ਼ਿਕਰ ਹੋ ਰਿਹਾ, ਰਾਣਾ ਗੁਰਜੀਤ ਦੇ ਹਲਕੇ ਦਾ ਅਸੀਂ ਜ਼ਿਕਰ ਕਰਾਂਗੇ, ਪਰ ਉਸ ਤੋਂ ਪਹਿਲਾਂ ਸੁਣੋ ਕਿ ਸੁਲਤਾਨਪੁਰ ਲੋਧੀ ਦੇ ਲੋਕ ਕੀ ਕਹਿੰਦੇ। ਸੁਖਬੀਰ ਸਿੰਘ ਬਾਦਲ ਦੀ ਸਰਕਾਰ ਲਿਆਵਾਂਗੇ, ਅਸੀਂ ਅਕਾਲੀ ਦਲ ਨਾਲ ਖੜੇ ਆ, ਸਾਰੀ ਉਮਰ ਖੜੇ ਰਵਾਂਗੇ। ਸਰਕਾਰ ਤਾਂ ਕਾਂਗਰਸ ਦੀ ਬਣੇਗੀ ਜੀ, ਨੈਚੁਰਲੀ ਸਰਕਾਰ ਤਾਂ ਕਾਂਗਰਸ ਦੀ ਹੈ, ਮੇਨ ਵੋਟ ਕਾਂਗਰਸ ਦਾ ਹੀ ਹੈ। ਜੋ ਸੁਲਤਾਨਪੁਰ ਦੇ ਵਿੱਚ ਸਭ ਤੋਂ ਜ਼ਿਆਦਾ ਇੱਕ ਸਾਨੂੰ ਲੋੜ ਆ ਜੀ ਸਿਹਤ ਪੱਖੋਂ, ਇੱਥੇ ਚੰਗਾ ਹਸਪੀਟਲ ਬਣੇ। ਇੱਥੇ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਐਮਰਜੈਂਸੀ ਪ੍ਰੋਬਲਮ ਆਉਂਦੀ ਆ ਤਾਂ ਉਹ 50 ਕਿਲੋਮੀਟਰ 60 ਕਿਲੋਮੀਟਰ ਜਾਂ 70 ਕਿਲੋਮੀਟਰ ਦੂਰ ਲੁਧਿਆਣਾ। ਭਾਈ ਸਭ ਤੋਂ ਪਹਿਲਾਂ ਤੇ ਪੂਰੇ ਪੰਜਾਬ ਦੇ ਵਿੱਚ ਕਰਪਸ਼ਨ ਦਾ ਮਾਹੌਲ ਆ, ਠੀਕ ਆ ਜੀ। ਸਾਰੀਆਂ ਸਰਕਾਰਾਂ ਤੇ ਕਰਪਸ਼ਨ ਨਾਲ ਭਰੀਆਂ ਹੋਈਆਂ, ਪਰ ਫਿਰ ਵੀ ਐਗਤੀ ਇਰਾਦਾ ਵੱਜਣ ਦਿਆ ਕਿ ਅਕਾਲੀ ਸਰਕਾਰ ਨੂੰ ਐਗਤੀ ਦੀ ਵਾਰੀ ਫਿਰ ਮੌਕਾ ਦਿੱਤਾ ਜਾਵੇ। ਤਾਂ ਸੁਲਤਾਨਪੁਰ ਲੋਧੀ ਸੀਟ ਦਾ ਅਸੀਂ ਜ਼ਿਕਰ ਕਰ ਰਹੇ ਸੀ, ਇਹਦੇ ਨਾਲ ਹੀ ਜੁੜੀ ਸੀਟ ਕਪੂਰਥਲਾ, ਕਿਉਂਕਿ ਦੋਨੇ ਸੀਟਾਂ ਦਾ ਆਪਸ ਦੇ ਵਿੱਚ ਗਹਿਰਾ ਸੰਬੰਧ ਹੈ। ਵਾਰ-ਵਾਰ ਅਸੀਂ ਰਾਣਾ ਗੁਰਜੀਤ ਸਿੰਘ ਦਾ ਔਰ ਨਵਤੇਜ ਚੀਮਾ ਦਾ ਜ਼ਿਕਰ ਕਰਦੇ ਹਾਂ। ਗ੍ਰਾਫਿਕਸ ਤੇ ਦਿਖਾਵਾਂਗੇ ਕੀ ਰਿਜ਼ਲਟ ਰਹੇ ਨੇ।
ਪਿਛਲੇ 2017 ਦੇ। ਬਿਲਕੁਲ ਰਾਣਾ ਗੁਰਜੀਤ ਨੇ ਉੱਥੇ ਜਿੱਤ ਹਾਸਲ ਕੀਤੀ ਸੀ, ਕੈਬਨਿਟ ਮੰਤਰੀ ਬਣੇ ਸੀ, ਫਿਰ ਇਲਜ਼ਾਮ ਲੱਗੇ, ਕੈਬਨਿਟ ਦੀ ਕੁਰਸੀ ਚਲੀ ਗਈ, ਫਿਰ ਕੈਪਟਨ ਅਮਰਿੰਦਰ ਸਿੰਘ ਚਲੇ ਗਏ, ਕਾਂਗਰਸ ਨੇ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਉਤਾਰਿਆ ਤੇ ਉਸ ਤੋਂ ਬਾਅਦ ਦੁਬਾਰਾ ਉਹਨਾਂ ਨੂੰ ਕੈਬਨਿਟ ਨਵੀਂ ਵਜ਼ਾਰਤ ਦੇ ਵਿੱਚ ਥਾਂ ਮਿਲ ਗਈ। ਪਰ ਇੱਕ ਵੱਡੇ ਵੋਟ ਬੈਂਕ ਦੇ ਨਾਲ ਇੱਕ ਕਨਵਿੰਸਿੰਗ ਜਿੱਤ ਤੁਸੀਂ ਕਹਿ ਸਕਦੇ ਹੋ, ਵਨ ਸਾਈਡਡ ਮੁਕਾਬਲਾ ਇਸ ਨੂੰ ਕਹਿ ਸਕਦੇ ਹੋ, ਜਿਸ ਤਰੀਕੇ ਨਾਲ ਉੱਥੇ ਉਹਨਾਂ ਦੇ ਵੱਲੋਂ ਬਣਾ ਦਿੱਤਾ ਗਿਆ ਸੀ ਐਡਵੋਕੇਟ ਪਰਮਜੀਤ ਸਿੰਘ ਨੂੰ ਹਰਾ ਕੇ। ਔਰ ਦੂਜੇ ਔਰ ਪਹਿਲੇ ਦੇ ਵਿੱਚ ਫਰਕ ਬਹੁਤ ਸੀ, 27000 ਵੋਟਾਂ, ਉਧਰ 55000 ਵੋਟਾਂ, ਤਾਂ ਤੁਸੀਂ ਕਹਿ ਸਕਦੇ ਹੋ ਕਿ ਇੱਕ ਵੱਡੀ ਅੱਧੋ-ਅੱਧ ਫਰਕ ਸੀ ਔਰ ਬਹੁਤ ਵੱਡੀ ਜਿੱਤ ਉਹਨਾਂ ਨੇ ਹਾਸਲ ਕੀਤੀ ਸੀ। ਔਰ ਵੋਟ ਪਰਸੈਂਟੇਜ ਵੀ ਦੱਸ ਰਿਹਾ ਹੈ ਕਿ ਕਰੀਬ 53% ਵੋਟ, 53.75 ਇਧਰ 26%, 26% ਵਨ ਸਾਈਡਡ ਮੁਕਾਬਲਾ ਤੁਸੀਂ ਕਹਿ ਸਕਦੇ ਹੋ। ਮੁਕਾਬਲਾ। ਤੇ ਇਸ ਵਾਰ ਕੀ ਹੁੰਦਾ ਹੈ, ਖੈਰ ਇਹ ਵੋਟਾਂ ਵੀ ਹੁੰਦੀਆਂ ਨੇ ਜਦੋਂ ਲੀਡਰ ਬਹੁਤ ਵੱਡੇ ਵੱਡੇ ਆ ਕੇ ਬਿਆਨ ਦਿੰਦੇ ਨੇ, ਔਰ ਇਹ ਵੋਟਾਂ ਦੀ ਪਰਸੈਂਟੇਜ ਵੀ ਕਿਤੇ ਨਾ ਕਿਤੇ ਉਹਨਾਂ ਦੇ ਬਿਆਨਾਂ ਦੇ ਵਿੱਚ ਜ਼ਰੂਰ ਬੋਲਦੀ ਹੈ। ਕਿਹਾ ਜਾਂਦਾ ਹੈ ਕਿ ਦੁਆਬੇ ਦੇ ਵਿੱਚ ਚੰਗਾ ਆਧਾਰ ਰੱਖਦੇ ਨੇ ਰਾਣਾ ਗੁਰਜੀਤ, ਔਰ ਖਾਸ ਤੌਰ ਤੇ ਇਹਨਾਂ ਸੀਟਾਂ ਦੇ ਉੱਤੇ, ਚਾਹੇ ਭੁਲੱਥ ਹੋਵੇ ਔਰ ਚਾਹੇ ਇਹਨਾਂ ਦੀ ਆਪਣੀ ਕਪੂਰਥਲਾ ਹੋਵੇ ਜਾਂ ਫਿਰ ਦੂਜੇ ਪਾਸੇ ਸੁਲਤਾਨਪੁਰ ਲੋਧੀ ਹੋਵੇ। ਵਰਸਸ ਦੇਖਦੇ ਹਾਂ ਕਿ 2017 ਤੇ 19 ਚ ਕੀ ਫਰਕ ਸੀ। 53% ਵੋਟ ਰਾਣਾ ਗੁਰਜੀਤ ਸਿੰਘ ਲੈ ਕੇ ਗਏ, ਪਰ ਜਦੋਂ ਕਪੂਰਥਲਾ ਚ ਆ ਕੇ ਉਹ ਘਟ ਗਿਆ 2019 ਦੇ ਵਿੱਚ, 45% ਵੋਟ ਬੈਂਕ ਰਹਿ ਗਿਆ। ਉਸ ਤੋਂ ਬਾਅਦ ਅਕਾਲੀ ਦਲ ਦਾ 26 ਸੀ, ਉਹ ਵੱਧ ਕੇ 36.95% ਹੋ ਗਿਆ। ਆਮ ਆਦਮੀ ਪਾਰਟੀ 17% ਤੋਂ 1% ਤੇ ਆ ਗਈ, 1.5% ਵੋਟ ਬੈਂਕ ਆਮ ਆਦਮੀ ਪਾਰਟੀ ਦਾ ਰਹਿ ਗਿਆ। ਸੋ ਇੱਥੇ ਵੀ ਗੌਰਵ ਸੇਮ ਚੈਲੰਜ ਹੈ, ਬਿਲਕੁਲ ਬਹੁਤ ਵੱਡਾ ਚੈਲੰਜ ਹੈ। 1% ਤੋਂ 40% ਤੇ ਜਾਣਾ ਪੈਣਾ ਤਾਂ ਸੀਟ ਜਿੱਤੀ ਜਾਏ। ਤੁਸੀਂ ਸੰਗਰੂਰ ਨੂੰ ਛੱਡ ਦਿਓ, ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਜਿਹੜੀਆਂ ਸੀਟਾਂ ਆਉਂਦੀਆਂ ਜਿੱਥੇ ਭਗਵੰਤ ਮਾਨ ਜਿੱਤੇ ਸੀ, ਬਾਕੀ ਸਾਰੀ ਥਾਵਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਲਈ ਇਹ ਬਹੁਤ ਵੱਡਾ ਚੈਲੰਜ ਆ। ਅਸੀਂ ਇਹ ਵੀ ਵਾਰ-ਵਾਰ ਕਹਿ ਰਹੇ ਹਾਂ ਕਿ ਵਿਧਾਨ ਸਭਾ ਤੇ ਲੋਕ ਸਭਾ ਨੂੰ ਤੁਸੀਂ ਕੰਪੇਅਰ ਨਹੀਂ ਕਰ ਸਕਦੇ, ਇਸ਼ੂਜ਼ ਅਲੱਗ ਹੁੰਦੇ ਨੇ, ਪਰ ਇੱਥੇ ਪਤਾ ਲੱਗਦਾ ਕਿ ਜਿਹੜਾ ਪਾਰਟੀ ਦਾ ਕੈਡਰ ਕਿੱਥੇ ਹੈ। ਜੇ ਕੈਡਰ ਹੋਊਗਾ ਤਾਂ ਫਿਰ ਵੋਟ ਪਰਸੈਂਟੇਜ ਦੇ ਵਿੱਚ ਨਜ਼ਰ ਆਏਗਾ ਹੀ ਆਏਗਾ। ਫਰੀਦਕੋਟ ਦੀ ਸੀਟ ਅਕਾਲੀ ਦਲ ਨੇ ਹਾਰੀ, ਪਰ ਵੋਟ ਪਰਸੈਂਟੇਜ ਵਧਿਆ, ਕਰੀਬ 36-37% ਉੱਥੇ ਵੋਟਾਂ ਪੈ ਗਈਆਂ, ਔਰ ਉਹ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆਮ ਆਦਮੀ ਪਾਰਟੀ ਨੂੰ ਗਈ ਸੀ ਉਹ ਇੱਕ ਤਰੀਕੇ ਨਾਲ ਵਾਪਸ ਉਧਰ ਗਈ। ਕੈਂਡੀਡੇਟਸ ਅਸੀਂ ਦਿਖਾ ਰਹੇ ਹਾਂ ਟੀਵੀ ਸਕਰੀਨ ਤੇ। ਰਾਣਾ ਗੁਰਜੀਤ ਸਿੰਘ ਦੁਬਾਰਾ ਚੋਣ ਮੈਦਾਨ ਦੇ ਵਿੱਚ ਨੇ। ਇਸ ਵਾਰ ਫਿਰ ਆਮ ਆਦਮੀ ਪਾਰਟੀ ਵੱਲੋਂ ਮੰਜੂ ਰਾਣਾ ਨੂੰ ਜਿਹੜਾ ਹੈ ਉਮੀਦਵਾਰ ਬਣਾਇਆ ਗਿਆ। ਸਾਬਕਾ ਜੱਜ ਨੇ ਰਣਜੀਤ ਸਿੰਘ ਖੋਜੇਵਾਲਾ ਜਿਹੜੇ ਨੇ ਇਹ ਸ਼੍ਰੋਮਣੀ ਬੀਜੇਪੀ ਤੋਂ ਨੇ, ਔਰ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਆਈ ਹੈ ਇਹ ਸੀਟ। ਅਕਾਲੀ ਦਲ ਨੇ ਗੱਠਜੋੜ ਦੇ ਤਹਿਤ ਇਹ ਸੀਟ ਬਹੁਜਨ ਸਮਾਜ ਪਾਰਟੀ ਨੂੰ ਛੱਡਤੀ। ਦਪਿੰਦਰ ਸਿੰਘ ਟਪਈ ਜਿਹੜੇ ਨੇ ਉਹ ਇਸ ਸੀਟ ਤੋਂ ਕੈਂਡੀਡੇਟ ਨੇ। ਬਿਲਕੁਲ ਇਸ ਸੀਟ ਤੋਂ ਕੈਂਡੀਡੇਟ ਅਨਾਉਂਸ ਕੀਤੇ ਗਏ ਨੇ। ਇਸੇ ਤਰ੍ਹਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਰੋਜ਼ ਤੁਹਾਡੀ ਸੀਟ ਜਿਹੜੀ ਵੀ ਹੈ, ਜਿਹੜਾ ਵੀ ਤੁਹਾਡਾ ਵਿਧਾਨ ਸਭਾ ਹਲਕਾ ਹੈ, ਉੱਥੇ ਤੱਕ ਵੀ ਪਹੁੰਚੀਏ। ਉੱਥੇ ਦੇ ਸਮੀਕਰਨ ਕੀ ਨੇ, 2017 ਤੇ 19 ਦੇ ਵਿੱਚ ਕਿਵੇਂ ਸਮੀਕਰਨ ਬਦਲੇ ਨੇ ਤੇ 2022 ਦੇ ਵਿੱਚ ਕੀ ਕੁਝ ਖਾਸ ਹੈ, ਉਹ ਤੁਹਾਡੇ ਤੱਕ ਪਹੁੰਚਾ ਸਕੀਏ। ਔਰ ਇਸੇ ਤਰ੍ਹਾਂ ਸਾਡੀ ਇਹ ਕਵਰੇਜ ਜਾਰੀ ਰਹੇਗੀ। ਪਰ ਅੱਜ ਦੇ ਲਈ ਇਸ ਖਾਸ ਪੇਸ਼ਕਸ਼ ਦੇ ਵਿੱਚ ਨਹੀਂ, ਇਜਾਜ਼ਤ ਦਿਓ ਸਾਨੂੰ। ਧੰਨਵਾਦ।